अस्सलाम वालेकुम। नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ। ਬਾਹਰ ਦਰਜਾ ਹਰਾਰਤ ਇਸ ਵਕਤ 28 ਡਿਗਰੀ ਸੈਂਟੀਗ੍ਰੇਡ ਹੈ। ਅੱਜ ਮੈਂ ਸੋਚਿਆ ਅੰਦਰੋਂ ਹੀ ਵੀਲੌਗ ਕਰੇ। ਕੈਦੀ 804 ਦੀ ਵੀ ਟੀ ਪਾ ਲਈ ਹੈ ਕਿਉਂਕਿ ਮਾਮਲਾਤ ਬੜੇ ਖਰਾਬ ਨੇ। ਜ਼ਲਮੇ ਖਲੀਲਜ਼ਾਦ ਦੀ ਇੱਕ ਟਵੀਟ ਤੇ ਬੜੀ ਡਿਬੇਟ ਹੋ ਰਹੀ ਹੈ ਜਿਹਦੇ 'ਚ ਉਹਨੇ ਕਿਹਾ ਕਿ ਇਮਰਾਨ ਖਾਨ ਨੂੰ ਇਨਸੂਲਿਨ ਖਾਣੇ ਦਿੱਤੀ ਜਾ ਰਹੀ ਹੈ। ਬੜਾ ਬੁਰਾ ਟਰੀਟਮੈਂਟ ਕੀਤਾ ਜਾ ਰਿਹਾ ਔਰ ਇੰਟਰਨੈਸ਼ਨਲ ਅਦਾਰਿਆਂ ਨੂੰ ਔਰ ਏਜੰਸੀਜ਼ ਨੂੰ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ CIA ਐਸਟੈਬਲਿਸ਼ਮੈਂਟ, ਪਾਕਿਸਤਾਨੀ ਐਸਟੈਬਲਿਸ਼ਮੈਂਟ ਸਾਰੇ ਮਿਲ ਕੇ ਉਹਨੂੰ ਮਾਰਨਾ ਚਾਹੁੰਦੇ ਹੈ ਤੇ ਹੁਣ ਉਹ ਮਰਨ ਦੇ ਕਰੀਬ ਹੈ ਤੇ ਇਸ ਤਰ੍ਹਾਂ ਦੀਆਂ ਫਿਰ ਉਹ ਬਕਵਾਸਾਂ ਕਰ ਰਹੇ ਹਨ ਕਿ ਅਸੀਂ ਆਜ਼ਾਦ ਹੋ ਜਾਈਏ। ਕੋਈ ਖਬਰਾਂ ਨੇ ਉਹਨਾਂ ਨੂੰ ਉਹਨੂੰ ਬਨੀ ਗਾਲਾ ਭੇਜ ਦਿੱਤਾ ਜਾਏਗਾ। ਅੱਜ ਇਮਰਾਨ ਖਾਨ ਤੇ ਅਲੀਮਾ ਖਾਨ ਤੇ ਇੰਡੀਆ ਦਾ ਅਟੈਕ ਕਰ ਦਿੱਤਾ ਔਰ ਬਹੁਤ ਸਾਰੀਆਂ ਬਕਬਕਾਂ ਚੱਲ ਰਹੀਆਂ। ਤੇ ਇਹਦੀ ਸਿਰਫ ਇੱਕ ਹੀ ਵਜ੍ਹਾ ਕਿ ਇਮਰਾਨ ਖਾਨ ਪੱਕਾ ਤੁਹਾਨੂੰ ਇਨਫਲੂਐਂਸ ਨਹੀਂ ਕਰ ਸਕਿਆ। ਮੇਰੀ ਗੱਲ ਯਾਦ ਰੱਖਣਾ, ਇਮਰਾਨ ਖਾਨ ਉਹ ਲੀਡਰ ਨਹੀਂ ਬਣ ਸਕਿਆ ਜਿਹਦੇ ਲਈ ਲੋਕ ਸਰ ਤਨ ਜੁਦਾ ਕਰ ਸਕਣ। ਲਿਹਾਜ਼ਾ ਫਿਰ ਉਹਨਾਂ ਲੀਡਰਾਂ ਦਾ ਇਹ ਅੰਜਾਮ ਹੁੰਦਾ ਹੈ। ਠੀਕ ਹੈ ਨਾ ਜੀ। ਉਹ ਫਿਰ ਇਸ ਤਰ੍ਹਾਂ ਹੀ ਮੋਰਸੀ ਦੀ ਤਰ੍ਹਾਂ ਮਰ ਖਪ ਜਾਂਦੇ। ਅੱਧੀ ਤੋਂ ਜ਼ਿਆਦਾ ਖੈਰ ਮੋਰਸੀ ਦੇ ਖਿਲਾਫ ਪਬਲਿਕ ਹੋ ਗਈ ਸੀ ਕਿ ਉਹਨੇ ਜਿਹੜਾ ਇਸਲਾਮੀ ਨਿਜ਼ਾਮ ਦਾ, ਅੱਧੀ ਤੇ ਨਹੀਂ ਖੈਰ ਕੋਈ 30% ਇਜਿਪਸ਼ੀਅਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਐਕਸ਼ਨ 'ਚ ਲਿਆਂਦਾ। ਤੇ ਇਸ ਵਜ੍ਹਾ ਦੇ ਨਾਲ ਇਹ ਸਾਰੇ ਮਾਮਲਾਤ ਜਿਹੜੇ ਹੈ ਨਾ, ਇਹਨਾਂ ਨੂੰ ਇਸ ਬੈਕਗਰਾਉਂਡ 'ਚ ਤੁਸੀਂ ਦੇਖੋ। ਇਹ ਤੇ ਇਹਦੇ 'ਚ ਕਿ ਇਹਦਾ ਮਤਲਬ ਇਮਰਾਨ ਖਾਨ ਦਾ ਇਨਫਲੂਐਂਸ ਇੰਨਾ ਜ਼ਬਰਦਸਤ ਨਹੀਂ ਸੀ। ਉਹਦੀ ਆਪਣੀ ਵੀ 3.5 ਸਾਲ ਦੀ ਜਿਹੜਾ ਉਹ ਦੌਰ ਸੀ, ਉਹ ਕੋਈ ਐਡਾ ਜ਼ਬਰਦਸਤ ਨੁਮਾਇਆ ਦੌਰ ਨਹੀਂ ਸੀ। ਤੇ ਲਿਹਾਜ਼ਾ ਮੇਰੇ ਖਿਆਲ ਦੇ ਮੁਤਾਬਕ ਇਹ ਹੁਣ ਕਜ਼ੀਆ ਖ਼ਤਮ ਹੋਣੇ ਵਾਲਾ ਹੈ ਇਮਰਾਨ ਖਾਨ ਵਾਲਾ। ਤੁਹਾਨੂੰ ਰੈੱਡ ਲਾਈਨੀਆਂ ਜਿਹੜੇ ਹੈ, ਰੈੱਡ ਲਾਈਨੀਆਂ 'ਤੇ ਬੜਾ ਦੁੱਖ ਹੁੰਦਾ ਹੈ ਕਿ ਰੈੱਡ ਲਾਈਨੀਆਂ ਨੇ ਕੋਈ ਵੀ ਕਦਮ ਐਸਾ ਨਹੀਂ ਉਠਾਇਆ ਜਿਹਦੇ ਮੁਤਾਬਕ ਕੋਈ ਥੋੜ੍ਹਾ ਬਹੁਤ ਵੀ ਉਹ ਕੋਈ ਮਤਲਬ ਰੈਜ਼ਿਸਟੈਂਸ ਦਿੰਦੇ ਇਸ ਹਕੂਮਤ ਨੂੰ। ਇਮਰਾਨ ਖਾਨ ਨੇ ਆਪ ਜਿਹੜੇ ਜਲਸੇ ਜਲੂਸ ਸੀ ਉਹਨਾਂ 'ਚ ਤੇ ਕਾਫੀ ਸਾਰੇ ਲੋਕ ਇਕੱਠੇ ਕਰ ਲੈਂਦੇ ਸੀ ਔਰ ਉਹਨਾਂ ਤੋਂ ਤੇ ਇਸ ਤਰ੍ਹਾਂ ਦੀ ਉਹ ਕਰਵਾ ਲੈਂਦਾ ਸੀ, ਬਟ ਅਦਰਵਾਈਜ਼ ਉਹ ਨਹੀਂ ਕਰ ਸਕਿਆ। ਤੇ ਕੀ ਹੋ ਸਕਦਾ ਹੈ ਹੁਣ 1 ਮੀਲ ਅ ਡੇ। ਤੇ ਮੈਨੂੰ ਸਾਡੇ ਉਮਰ ਸਾਹਿਬ ਕੈਨੇਡਾ ਤੋਂ ਦੋਸਤ ਨੇ ਉਹ ਕਹਿ ਰਹੇ ਸੀ ਕਿ ਜੀ ਨਾਜ਼ਰ ਸਾਹਿਬ ਕੋਈ ਬੰਦਾ ਐਪ ਵੀ ਬਣਾ ਰਿਹਾ 1 ਮੀਲ ਅ ਡੇ ਤੇ। ਮੈਂ ਕਿਹਾ ਜੀ ਬਹੁਤ ਅੱਛਾ ਇਹਦੇ ਤੇ, ਔਰ ਕਹਿੰਦੇ ਕਿ ਉਹ ਪੈਸੇ ਜ਼ਾਰੀ ਗੱਲ ਹੈ, ਸਬਸਕ੍ਰਿਪਸ਼ਨ ਹੁੰਦੀ ਹੈ। ਮੈਂ ਅੱਜ ਤੁਹਾਨੂੰ ਰੂਮੀ ਸਾਹਿਬ ਨੇ ਸੈਂਟਰਲ ਲੰਡਨ 'ਚ ਇੱਕ ਜਗ੍ਹਾ ਲੈ ਲਈ ਹੈ ਜਿਹੜਾ ਸਾਡਾ ਉਹ ਹੋਏਗਾ ਆਪਣਾ ਸੈਂਟਰ, ਬ੍ਰਾਂਚ ਸੈਂਟਰ ਕੋਨੀਆ ਐਕਚੁਅਲੀ ਅਸੀਂ ਇਸਟੈਬਲਿਸ਼ ਕਰਨਾ ਚਾਹੁੰਦੇ ਹਾਂ ਤੁਰਕੀ 'ਚ, ਜਿੱਥੇ ਮੌਲਾਨਾ ਰੂਮੀ ਸਾਹਿਬ ਦਫਨਾਏ ਨੇ। ਉੱਥੇ ਅਸੀਂ ਆਪਣਾ ਪਰਮਾਨੈਂਟ ਅਬੋਰਡ ਚਾਹੁੰਦੇ ਹਾਂ, ਲੌਂਜੀਵਿਟੀ ਸੈਂਟਰ, ਜਿੱਥੇ ਮੈਡੀਟੇਸ਼ਨ, ਯੋਗਾ ਔਰ ਤੁਹਾਨੂੰ 1S ਕਾਸਮਿਕ ਡਾਂਸ, ਵਰਲਿੰਗ ਦਰਵੇਸ਼ਿਸ ਦਾ ਜਿਹੜਾ ਡਾਂਸ ਹੈ ਉਹਦੇ 'ਤੇ ਰਹਿਣ ਦਾ ਮੌਕਾ ਦਿੱਤਾ ਜਾ ਸਕੇ। ਤੇ ਇਸ ਵਜ੍ਹਾ ਦੇ ਨਾਲ ਇਹਨੂੰ ਇਸੇ ਹੀ ਐਸਪੈਕਟ 'ਚ ਲਵੋ ਬਿਲਕੁਲ ਕਿ ਤੁਸੀਂ ਆਪ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਕੱਲ ਸਾਊਦੀ ਅਰਬ 'ਚ ਮੇਰੇ ਦੋ ਬਹੁਤ ਹੀ ਜ਼ਬਰਦਸਤ ਮੇਰੇ ਨਾਲ ਜੁੜੇ ਨੇ। ਇੱਕ ਯੰਗ ਹੈ, ਇੱਕ ਬੁੱਢਾ ਹੈ। ਯੰਗ ਤੇ ਬਹੁਤ ਹੀ ਅੱਛਾ ਕਹਿੰਦਾ ਅੱਜ ਮੈਂ ਸੁਬਹ ਇੱਕ ਜਗ੍ਹਾ 1 ਮੀਲ ਅ ਡੇ ਤੇ ਗਿਆ ਮਹੀਨੇ ਤੋਂ, ਬੜਾ ਹਲਕਾ ਫੁਲਕਾ, ਹਰ ਬੰਦੇ ਨੂੰ ਕਹਿੰਦਾ ਮਾਰਨ ਨੂੰ ਦਿਲ ਕਰਦਾ, ਬੜੀ એનર્ਜੀ ਆ ਗਈ ਹੈ ਅੰਕਲ ਜੀ ਔਰ ਜੇ ਉਹ ਚਾਚਾ ਕਹਿੰਦਾ ਹੈ ਮੈਨੂੰ। ਤੇ ਕਹਿੰਦਾ ਕਿ ਅੱਜ ਇੱਕ ਪਠਾਨ ਨੇ ਮੈਨੂੰ ਜ਼ਬਰਦਸਤੀ ਇੱਕ ਪਰਾਠਾ ਖਿਲਾਤਾ। ਕਹਿੰਦਾ 3 ਪਰਾਠੇ ਸੀ ਮੈਦੇ ਵਾਲੇ। ਤੇ ਕਹਿੰਦਾ ਉਹਨਾਂ ਮੈਦੇ ਵਾਲੇ ਜਿਹੜੇ ਪਰੌਠੇ ਨੇ ਨਾ, ਉਹਨਾਂ ਤੋਂ ਇੱਕ ਅੱਧਾ ਮੈਂ ਖਾਧਾ, ਅੱਧਾ। ਕਹਿੰਦਾ ਉਹ ਤੋਂ ਹੀ ਮੇਰੇ ਹਾਲਾਤ ਬੇਜ਼ਾਰ ਹੋਏ ਨੇ। ਅੰਦਾਜ਼ਾ ਲਾਓ ਇੰਨਾ ਜ਼ਬਰਦਸਤ ਹੈ। ਮੇਰੀ ਤਰ੍ਹਾਂ ਮੈਂ ਭੁੱਖ ਹੁਣ ਮਹਿਸੂਸ ਹੀ ਨਹੀਂ ਕਰਦਾ। ਇੱਕ ਫਰੂਟ ਪਲੈਟਰ ਖਾਂਦਾ, ਮੁਖਤਲਿਫ ਡਿਫਰੈਂਟ ਟਾਈਪ ਦੇ ਫਰੂਟਸ ਦਾ, ਐਪਲ, ਬਨਾਨਾ, ਕੀਵੀ, ਆਲੂ ਬੁਖਾਰਾ, ਖਰਬੂਜ਼ਾ, ਤਰਬੂਜ਼, ਉਹ ਮਿਕਸ ਕਰਦਾ ਰਹਿੰਦਾ ਹੈ, ਅੰਗੂਰ। ਔਰ ਉਹ ਤੋਂ ਬਾਅਦ ਤੋਂ ਮੈਂ ਸੀਰੀਅਲ ਲੈਂਦਾ ਹਾਂ ਰੇਜ਼ਨ ਵਾਲੇ ਵਿਦ ਅਗੇਨ ਪ੍ਰੋਟੀਨ ਔਰ ਥੋੜ੍ਹਾ ਵੇ ਪਾਊਡਰ, ਪ੍ਰੋਟੀਨ ਇਨਟੇਕ ਲਈ। ਔਰ ਮੈਂ ਉਹਨੂੰ ਕੈਪ ਅਪ ਅਗੇਨ ਪ੍ਰੋਟੀਨ ਬੇਗਲਸ ਨੇ ਜਿਨ੍ਹਾਂ ਨੂੰ ਮੈਂ ਵਾਲਨਟ ਆਇਲ 'ਚ 2 ਆਪਣੇ ਲਈ ਐਗ ਫਰਾਈ ਕਰਕੇ
ਉਹ ਲੈਂਦਾ ਆ। ਐਂਡ ਆਈ ਕੀਪ ਔਨ ਚੇਂਜਿੰਗ ਦਿਸ। ਔਰ ਇਹ ਚਾਏ ਪੀਂਦਾ ਰਹਿੰਦਾ ਜਿਹਦੇ 'ਚ ਮੈਂ 8 ਚੀਜ਼ਾਂ ਪਾਉਂਦਾ ਆ। ਅਗਲੇ ਦਿਨ ਸੇਬ ਸਾਹਿਬ ਕਹਿ ਰਹੇ ਸੀ ਕਿ ਉਹ ਤੁਸੀਂ ਅੱਜ 15 ਚੀਜ਼ਾਂ ਵਾਲੀ ਨਹੀਂ ਪਾਈ ਹੋਣੀ। ਬਹਿਰਹਾਲ ਉਹਦੇ 'ਚ ਸ਼ਹਿਦ ਪਾ ਕੇ, ਬਲਕਿ ਨੌਵਾਂ ਸ਼ਹਿਦ ਹੁੰਦਾ ਆ। ਇਹ ਮੇਰਾ ਟੋਟਲ ਖਾਣਾ। ਕਦੀ ਸ਼ਾਮ ਨੂੰ ਕੋਈ ਚਾਏ ਸ਼ਾਏ ਪੀ ਲਈ ਕਿਸੇ ਨੇ, ਕੋਈ ਕਰ ਦਿੱਤਾ ਥੋੜਾ ਬਹੁਤ, ਅਦਰਵਾਈਜ਼ ਨੋ ਫੂਡ ਐਟ ਆਲ। ਉਹ ਬਾਬਾ ਜੀ ਜਿਹੜੇ ਸਾਊਦੀ ਅਰਬ ਵਾਲੇ ਨੇ, ਉਹਨਾਂ ਨੇ ਕੱਲ ਮੇਰੀ ਇਬਾਦਤੁਲ ਵਜੂਦ ਤੇ ਵਨਨੈਸ ਤੇ ਬੜਾ ਅੱਛਾ ਕਿਹਾ। ਉਹਨਾਂ ਨੇ ਕਿਹਾ ਕਿ ਲੋ ਫਿਰ ਅਸੀਂ ਵੀ ਤੁਹਾਨੂੰ ਕੁਝ ਸੁਣਾਦੇ ਆ। ਇਸ਼ਕ ਹੈ ਚਾਨਣ, ਅਕਲ ਹੈ ਨੇਰਾ। ਇਸ਼ਕ ਹੈ ਚਾਨਣ, ਅਕਲ ਹੈ ਨੇਰਾ, ਅਕਲੋਂ ਦੂਰ ਸਜਣ ਦਾ ਡੇਰਾ। ਸੱਜਣ ਦਾ ਡੇਰਾ ਅਕਲੋਂ ਦੂਰ ਹੈ। ਇੱਥੇ ਉਹ ਅਕਲ ਤੋਂ ਦੂਰ ਹੈ। ਇਹ ਫਸਲਾ ਤੇ ਹੈ ਨਾ। ਅਕਲ ਦੀ ਤਕੜੀ ਵਿੱਚ ਪਾ ਕੇ, ਅਕਲ ਦੀ ਤਕੜੀ ਵਿੱਚ ਪਾ ਕੇ ਸੋਨੇ ਦੀ ਸ਼ਾਨ ਨਾ ਤੋਲ। ਬਾਬਾ ਕਿਆ ਕਹਿਣਾ। ਅਕਲ ਵਾਦਤੁਲ ਵਜੂਦ ਤੋਂ ਦੂਰ ਰੱਖਦੀ ਹੈ। ਇਹਨੂੰ ਬੰਦ ਕਰੋ, ਇਹਨੂੰ ਔਨ ਕਰੋ। ਅਕਲ ਅਕਲ ਕਹੇਗੀ ਟੂ ਬੀ ਸੈਲਫਿਸ਼ ਇਜ਼ ਟੂ ਬੀ ਸੈਂਸਿਬਲ। ਠੀਕ ਹੈ ਜੀ। ਇਹ ਕਹੇਗਾ ਟੂ ਬੀ ਟੂ ਅਲਟਰੂਇਜ਼ਮ ਇਜ਼ ਹੈਵਨਸ। ਕਿਸੇ ਨੂੰ ਦੇ ਕੇ ਜਿੰਨੀ ਖੁਸ਼ੀ ਮਿਲਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਕੁਛ ਹੋਰ ਇਮੇਜਸ ਮੈਂ ਤੁਹਾਨੂੰ ਦੱਸਦਾ ਹਾਂ। ਇਸੇ ਸਿਲਸਿਲੇ 'ਚ ਮੈਂ ਤੁਹਾਨੂੰ ਨਾ ਹੋਜਾ ਅਲਫ ਦੇ ਵੰਗਰ ਕੱਲਾ ਉਹਦਾ ਮੈਂ ਨੋਟ ਕੀਤਾ ਸੀ। ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਸੁਣਾਇਆ ਸੀ ਬਾਬਾ ਭੀਖ ਦਾ। ਤੇਤੋਂ ਦੁੱਖ ਨਹੀਂ ਰਹਿੰਦਾ, ਤੇਤੋਂ ਵੱਖ ਨਹੀਂ ਰਹਿੰਦਾ ਅੱਲਾ। ਅੱਲਾ ਤੇ ਤੋਂ ਵੱਖ ਨਹੀਂ ਹੈ, ਦੂਰ ਨਹੀਂ ਹੈ। ਫੜ ਮੁਰਸ਼ਦ ਦਾ ਪੱਲਾ। ਮੁਰਸ਼ਦ ਵੈਸੇ ਮੈਂ ਇਧਰ ਆ ਕੇ ਮੈਂ ਜ਼ਰਾ ਇਹਨਾਂ ਸਭ ਬਾਬਿਆਂ ਦੇ ਖਿਲਾਫ ਹੈ। ਮੁਰਸ਼ਦ ਨੂੰ ਲਿਆ ਜਾਂਦਾ, ਠੀਕ ਹੈ, ਉਹ ਤੁਹਾਨੂੰ ਗਾਈਡ ਕਰ ਸਕਦਾ। ਮੈਂ ਜਿਸ ਤਰ੍ਹਾਂ ਗਾਈਡ ਕਰ, ਜਦੋਂ ਤੁਸੀਂ ਮੈਨੂੰ ਮੁਰਸ਼ਦ ਕਹਿਣ ਲੱਗ ਪਓਗੇ, ਮੇਰੇ ਗੋਡੇ ਗਿੱਟੇ ਫੜਨ ਲੱਗ ਪਓਗੇ ਨਾ, ਫਿਰ ਉਹ ਤੁਸੀਂ ਮੇਰੇ ਤੋਂ, ਫਿਰ ਤੋਂ ਖੁਦਾ ਦੂਰ ਹੋ ਜਾਂਦਾ। ਫਿਰ ਉਹ ਮੈਨੂੰ ਵੀ ਆਹਿਸਤਾ ਆਹਿਸਤਾ ਖੁਦਾਈ ਦਾ ਦਰਜਾ ਦੇਣ ਲੱਗ ਪੈਂਦੇ ਹੋ, ਜੋ ਮਜ਼ਾਰਾਂ ਤੇ ਸਾਡੇ ਹਾਲ ਹੁੰਦਾ ਆ। ਅੱਛਾ, ਤਾਂ ਗੱਲ ਸਮਝੇ ਪੈਂਦੀ ਹੈ। ਹਾਂ, ਗਾਈਡ ਤੋਂ ਬਗੈਰ, ਮੇਰੇ ਵਰਗਾ ਗਾਈਡ ਇਜ਼ ਓਕੇ, ਮੁਰਸ਼ਦ ਨਾ ਬਣਾਓ ਉਹਦੇ ਬਗੈਰ। ਠੀਕ ਹੈ ਜੀ। ਤਾਂ ਗੱਲ ਬਾਬਾ ਵੀ ਇਹ ਸੂਰਤ ਅੰਦਰ ਯਾਰੋ ਸੂਰਤ ਹੋਰ ਵੀ ਰਹਿੰਦੀ ਏ। ਇਹ ਸੂਰਤ, ਇਹ ਸੂਰਤ ਅੰਦਰ ਯਾਰੋ ਇੱਕ ਸੂਰਤ ਹੋਰ ਵੀ ਰਹਿੰਦੀ ਏ। ਨਾਲ ਕਰਦੀ ਫੇਲ ਮੁਖਤਾਰੀ, ਨਾਲੇ ਲੁਕ ਲੁਕ ਰਹਿੰਦੀ ਏ। ਤੁਹਾਡੀ ਮੁਖਤਾਰੀ ਜਿਹੜੀ ਹੈ, ਖੁਦ ਮੁਖਤਾਰੀ ਨੂੰ ਉਹ ਫੇਲ ਕਰਦੀ ਹੈ, ਪਰ ਲੁਕਦੀ ਰਹਿੰਦੀ ਹੈ। ਮੈਂ ਉੱਥੇ ਜਾਣਾ, ਮੈਂ ਨਹੀਂ ਜਾ ਸਕਦਾ, ਮੇਰਾ ਵੀਜ਼ਾ ਨਹੀਂ ਲੱਗਾ ਅਮਰੀਕਾ ਆਉਣ ਦਾ 1982। ਮੈਂ ਮੁਖਤਾਰ ਨਹੀਂ ਆਪਣੇ ਡਿਸੀਜਨਸ ਤੇ, ਚੋਇਸਿਸ ਤੇ। ਠੀਕ ਹੈ। ਦੇਰ ਇਜ਼ ਸਮ ਥਰਡ ਫੋਰਸ, ਉਹ ਲੁਕ ਰਹੀ ਹੈ, ਉਹ ਲੁਕਦੀ ਹੈ। ਠੀਕ ਹੈ। ਜਿਵੇਂ ਅੰਗ ਵਿੱਚ ਰਚਿਆ ਵਿੱਚ ਮਹਿੰਦੀ, ਬਿਲਕੁਲ ਉਸ ਤਰ੍ਹਾਂ ਜਿੰਦਾ ਮਹਿੰਦੀ ਦਾ ਰੰਗ ਵਚ ਜਾਂਦਾ ਹੈ ਤੁਹਾਡੇ। ਠੀਕ ਹੈ ਨਾ ਜੀ। ਠੀਕ ਹੈ। ਉਵੇਂ ਜ਼ਾਤ ਬੰਦੇ ਵਿੱਚ ਰਹਿੰਦੀ ਹੈ। ਐ ਮਹਿੰਦੀ ਦਾ ਰੰਗ ਜਿੰਦਾ ਰਚਿਆ ਵਚਿਆ ਵਿੱਚ ਹੁੰਦਾ, ਉਹ ਰਹਿੰਦੀ ਹੈ। ਸਰ ਤੇ ਸੱਟਾਂ ਖਾਂਦੀ ਏ, ਸੱਟ ਪੰਤਲੇ ਸਰ ਪੈਂਦੀ ਏ। ਸਿਰ ਤੇ ਸੱਟਾਂ ਖਾਂਦੀ ਏ। ਅੰਦਾਜ਼ਾ ਲਗਾਓ ਕਿ ਸਿਰ ਤੇ ਸੱਟਾਂ ਖਾਂਦੀ ਏ, ਸੱਟ ਪੰਤਲੇ ਸਰ ਪੈਂਦੀ ਏ। ਉਹ ਵੀ ਜ਼ਾਤ ਬੰਦੇ, ਉਹ ਜ਼ਾਤ ਬੰਦੇ ਵਿੱਚ ਹੀ ਰਹਿੰਦੀ ਹੈ। ਠੀਕ ਹੈ ਜੀ। ਦੇਖ ਲਓ, ਸਿਰ ਤੇ ਤੁਹਾਡੇ ਸੱਟਾਂ ਖਾਂਦੀ ਹੈ। ਠੀਕ ਹੈ। ਤੁਸੀਂ ਸੱਟ ਪੰਤਲੇ ਸਰ ਪੈਂਦੀ ਹੈ। ਠੀਕ ਹੈ। ਉਹਦੀ ਸੱਟ, ਠੀਕ ਹੈ, ਉਹ ਜਿਹੜੀ ਵਿੱਚ ਰਹਿ ਰਹੀ ਹੈ ਉਹਦੀ ਸੱਟ। ਠੀਕ ਹੈ। ਇਹ ਸੂਰਤ ਇਹ ਹਾਲ ਹੈ ਤੁਹਾਡੀ। ਤੁਸੀਂ ਜਿਹੜੇ ਐਵੇਂ ਚੌੜੇ ਹੋ ਕੇ ਬੈਠ ਜਾਂਦੇ ਹੋ। ਇੱਕ ਤੁਹਾਨੂੰ ਮਜ਼ਾ ਹੀ ਆ, ਇੱਕ ਬਾਂਸਰੀ ਹੈ ਮਰੀਮ ਗਸ਼ਤੀ ਨਾਨੀ 420, ਔਰ ਉਹ ਆਸਿਮ ਮਨੀਰ ਜਿਹੜਾ ਹੈ ਉਹ बांस है। एक बंदा चकले ते गया, अपने काम से फरागत के बाद वापस आने लगा तो तवाइफ तंजिया मुस्कुराहट से कहने लगी, तुम्हारी बांसुरी तो बहुत छोटी है। आदमी भी मुस्कुराते हुए बोला, मुझे थोड़ी पता था कि स्टेडियम में बजानी पड़ेगी। एक फुट दा प्लाट मरियम दा। आसिम मुनीर ओदे ते चढ़िया है, मनीरा मिस्त्री सूरत।
ਦੱਲੇ ਕੁੱਤੇ ਔਰ ਤੁਹਾਡੇ ਸਿਰ ਦੇ ਝੂਮਰ ਨੇ। ਅੱਛਾ, ਉਹ ਜਿਹੜਾ ਐਡਰੈਸ ਹੈ ਉਹਨਾਂ ਨੇ ਦਿੱਤਾ ਮਾਈਂਡ ਹੈਲਥ ਹੈ, ਰੂਮੀ ਸੈਂਟਰ, ਰੂਮੀ ਸਾਹਿਬ ਦੇ ਨਾਂ ਤੇ ਮੌਲਾਨਾ ਰੂਮੀ ਦੇ ਈਲਿੰਗ ਹਾਊਸ ਯੂਨਿਟ ਨੰਬਰ 433 ਹੈਂਗਰ ਲੇਨ, ਨਾਰਥ ਈਲਿੰਗ, ਲੰਡਨ, ਪੋਸਟ ਕੋਡ W53J। ਡਾਕਟਰ ਨਜੀਬ ਰੂਮੀ ਦਾ ਫੋਨ ਨੰਬਰ ਵੀ ਇਸ ਤਰ੍ਹਾਂ ਕਰਾਂਗਾ, ਮੈਂ ਆਪਣੇ ਕਮੈਂਟਸ 'ਚ ਇਹ ਪੋਸਟ ਕਰ ਦਿਆਂਗਾ ਤੇ ਤੁਸੀਂ ਫਿਰ ਉੱਥੋਂ ਨੋਟ ਕਰ ਲੈਣਾ। ਉਹ ਪਿੱਛੇ ਮੈਂ ਲਿਖ ਕੇ ਵੀ ਕਿਸੇ ਵਕਤ ਲਾਵਾਂਗਾ। ਇਹ ਸਾਡਾ ਪਹਿਲਾ ਸੈਂਟਰ ਖੁੱਲ੍ਹਿਆ ਆ ਰੂਮੀ ਸਕੂਲ ਆਫ ਥਾਟ ਦਾ, ਬਿਲਕੁਲ ਫ੍ਰੀ ਹੈ, ਜਿੱਥੇ ਜਿਹੜੇ ਬੰਦੇ ਪੇ ਕਰ ਸਕਦੇ ਆ ਉਹ ਸੈਂਟਰ ਦੇ ਖਰਚੇ, ਫ੍ਰੀ ਪਾਰਕਿੰਗ ਹੈ, ਕੋਈ ਐਂਗਜ਼ਾਇਟੀ, ਡਿਪਰੈਸ਼ਨ, ਪ੍ਰੋਬਲਮਸ, ਸਟ੍ਰੈਸ, 1 meal a day, ਮੈਡੀਟੇਸ਼ਨਸ, ਯੋਗਾ, ਟੇਕਿੰਗ ਇਨਟੂ ਤੁਹਾਡੀ ਇਨਰ ਲਾਈਟ ਨੂੰ ਗਲੋ ਕਰਨ ਲਈ। ਇਹਨੂੰ ਕਹਿੰਦੇ ਆ ਸਹੀ ਤੁਹਾਡੀ ਗਾਈਡੈਂਸ, ਰਾਦਰ ਦੈਨ ਤੁਸੀਂ ਇੱਕ ਮੁਰਸ਼ਦ ਫੜੋ ਉਹਦੇ ਫਿਰ ਖਰਚੇ ਪਾਣੀ ਇਕੱਠਾ ਕਰਨਾ ਸ਼ੁਰੂ ਕਰ ਦਿਓ। ਠੀਕ ਹੈ, ਫਿਰ ਅਸੀਂ ਹੈੱਡਕੁਆਟਰ ਸਾਡਾ ਕੋਨੀਆ ਹੀ ਹੋਏਗਾ ਔਰ ਬ੍ਰਾਂਚ ਮੈਂ ਇਹਨੂੰ ਬਣਾ ਲਾਂਗਾ ਕੋਈ ਘਰ, ਅਗਰ ਮੇਰਾ ਉਹ ਘਰ ਛੁੱਟਿਆ, ਕਮਰੇ ਸ਼ਮਰੇ ਪੈ ਗਏ, ਤੇ ਇੱਥੇ ਵੀ ਮੈਂ ਆਪਣਾ ਇਸੇ ਤਰ੍ਹਾਂ ਦਾ ਸੈਂਟਰ ਬਣਾ ਲਾਂਗਾ। ਇਹ ਬੜੀ ਲੋਕਾਂ ਦੀ ਖਿਦਮਤ ਹੋਏਗੀ ਮੇਰੇ ਨਾਲ, ਇਸੇ ਲਈ ਮੈਂ ਤੁਹਾਨੂੰ WhatsApp ਤੋਂ ਜੁੜਨ ਤੋਂ ਕਿਹਾ ਸੀ, ਟੂ ਟੇਕ ਗਾਈਡੈਂਸ ਔਨ दैट। लो जी, सेहोनी और गूगल और यूट्यूब, सेहोनी, गूगल और यूट्यूब के दरमियान 6 माह के लिए $40 ਮਿਲੀਅਨ ਦਾ ਮੁਆਹਦਾ ਪਿਆ ਤੈਅ ਹੋਇਆ ਕਿ ਤੁਸੀਂ ਗਾਜ਼ਾ ਦੀਆਂ ਜਿਹੜੀਆਂ ਅਸੀਂ ਕੁੱਟ ਪਟੈਸ ਕਰ रहे हैं, मकसद, इस माहदे का मकसद गजा में नस्ल कुशी और भूख के बारे में पेश किए जाने वाले बयानात का मुकाबला करना और सेहूनी रियासत की मस्बत रवायत को फरोग देने के लिए एक मुहिम चलाना। इनका पैसे नाल वो लोग प्रोपोगेट करते हैं ਤੇ ਮੈਂ ਤੁਹਾਨੂੰ ਫ੍ਰੀ ਟ੍ਰੇਨਿੰਗ ਦੇ ਰਿਹਾ ਆ। ਉਹ ਤੁਸੀਂ ਵੀ ਪੈਸਾ ਹੋਏ, ਉਹ ਪੈਸੇ ਦੇ ਨਾਲ ਨਾਨੀ ਗਸ਼ਤੀ ਗੁਸ਼ਤੀ ਆਰਾਮਜ਼ਾਦੇ ਸਾਰੇ ਤੁਹਾਡੇ ਤੇ ਸਿਰ ਦੀ ਸਵਾਰੀ ਕਰੀ बैठे हैं। सबसे बड़ा गुस्ताख रसूल वो है जो झूठी अहादीस मोहम्मद सल्लल्लाहु अलैहि वसल्लम की ज़ात के साथ मंसूब करके लोगों को गुमराह करता है। कुरान मजीद मोहम्मद रसूलुल्लाह सल्लल्लाहु अलैहि वसल्लम के ज़माने के तमाम किरदारों से नावाकिफ़ है। कुरान एक मजहब को नहीं बल्कि तमाम इंसानियत को हिदायत का रास्ता दिखा। वाजिब, बिल्कुल किरदारा नाल नावाकिफियत है कुरान पाक, तो एक यूनिवर्सल ट्रूथ है। कुरान मुसलमानों के जन्नत में जाने की गारंटी नहीं देता, जो अल्लाह के कानून को नाफिज करेगा वही अफजल है। कबुर मक्तन इंदल्लाहि अन तक़ूलू मा ला तफ़अलून। मुत्तकी होने का क्या गया। बरे सगीर में जिसने भी कुरान का तर्जमा किया वो पुरानी अरबी ज़ुबान से नावाकिफ़ था। इसी गुमराही का फ़ायदा उठाकर अंग्रेज़ ने बहुत से फ़िरके पैदा किए, मसलन देवबंद, सल्फ़ी, बरेलवी वगैरह। मोहम्मद रसूलुल्लाह सल्लल्लाहु अलैहि वसल्लम की पूजा करना शिर्क है। उनकी शरीयत से कुछ सीख कर अल्लाह का निज़ाम कायम करना ज़िंदगी का असल मकसद है। इलियास कादरी ग्रुप मोहम्मद सल्लल्लाहु अलैहि वसल्लम की ज़ात को हिंदू कल्चर के साथ जोड़कर बहुत बड़ी गुस्ताखी कर रहा है। हिजरी कैलेंडर नबी सल्लल्लाहु अलैहि वसल्लम की वफ़ात के बहुत अरसे बाद आया। आज के मुसलमान बनी उमैया के खराफात में खो चुके हैं, जो कि बनु हाशिम के सियासी दुश्मन थे। अल्लाह पाक सबको बहुत सुची गल की थी। आई बैक दिस थॉट, इस्लाम वाज नेवर अ रिलीजन, अ वे ऑफ लाइफ, यूनिवर्सल ट्रूथ। सारियां रिलीजन्स और अल्टीमेटली ਤੁਹਾਨੂੰ ਇੱਕ ਸਟੇਟ ਪਲੇਟਫਾਰਮ ਤੇ ਲੈ ਜਾਂਦੀਆਂ ਜਿੱਥੇ ਨਿਰਵਾਣਾ ਹੈ। ਠੀਕ ਹੈ ਜੀ, ਜਿੱਥੇ ਕੁਨ ਫਯਕੂਨ ਹੈ, दैट इज इट। ਉੱਥੇ ਅਗਰ ਤੁਹਾਡੀ ਮਦਦ ਦੇ ਦੇ। जस्टिस मिनल्ला वो चाबी वाला खिलौना है, जब भी एक्टिव होते हैं उसका मतलब है कि मियां नवाज शरीफ ने चाबी को घुमा डाला है। 2020 में वो इमरान के खिलाफ सरगर्म हो गए थे लंदन प्लान के मुताबिक। आजकल डफरी टोले के साथ खिलाफ बोल रहे हैं मरी प्लान के मुताबिक। कासिम मुनीर और ना ही फौज को अवामी हिमायत हासिल है। इससे कबल आर्मी चीफ और फौज को जर्नल्स के लिए अवामी हिमायत हासिल थी और वहीं सियासतदानों के लिए नापसंदीदगी। लेकिन नवाज शरीफ ने इमरान खान और फौज के साथ अपना स्कोर सेटल कर लिया है।
इमरान खान को जेल की हवा खलवाई, जबकि फौज को अवाम के हाथ जलील करवाया। पाकिस्तान और पाकिस्तान से बाहर खाता है तो लगाता भी है। जबरदस्त कमेंट। गांडा गांडा कुत्ते दा थन है। सब तो वड्डा नासूर ये नवाज गांडा है, गांडा है। ठीक है ना जी। अच्छा जी, वो तो बात तो जी खबर सी के ਆਸਟ੍ਰੇਲੀਅਨ ਮਾਈਨਿੰਗ ਫਰਮ ਮਲੇਸ਼ੀਆ ਤੋਂ ਰੇਅਰ ਅਰਥ ਕਿਸ ਤਰ੍ਹਾਂ, ਮੈਂ ਜਸਟ ਨੋਟ ਕੀਤੀ ਸੀ ਕਿ ਕੰਟਰੀਜ਼ ਕਿਸ ਤਰ੍ਹਾਂ ਆਪਣੇ ਨੈਚੁਰਲ ਰਿਸੋਰਸਿਸ ਨੂੰ ਯੂਜ਼ ਕਰਦੇ ਆ। ਚਾਈਨਾ ਦਾ ਵੀ ਖਿਆਲ ਰੱਖਦੇ ਆ, ਆਸਟ੍ਰੇਲੀਆ, ਅਮਰੀਕਾ। ਆਸਟ੍ਰੇਲੀਅਨ ਮਾਈਨਿੰਗ ਐਂਡ ਮਟੀਰੀਅਲਸ ਕੰਪਨੀ ਲਾਈਨਾਸ ਆਪਰੇਟਸ 2 ਰੇਅਰ ਅਰਥ ਤੇ ਪ੍ਰੋਸੈਸਿੰਗ ਫੈਸਿਲਿਟੀਜ਼ ਮਲੇਸ਼ੀਆ ਚੋਂ ਕਰਦੇ ਆ। ਠੀਕ ਆ, ਉਹ ਰੇਅਰ ਅਰਥ ਇੰਪੋਰਟ ਕਰਦੇ ਆ ਕਨਸੈਂਟਰੇਟਸ। it would import rare earth concentrates from Australia, which are then processed into intermediate materials ready to be used in advanced manufacturing. This is what China is likely pointing at with its request to partner with state owned companies only for the deal. Nevertheless, it seems China isn't the only one putting something on the table for Malaysia. Consider Malaysian Minister of Investment and Trade Zafrul Aziz ne kiya that the country is also holding talks regarding rare earths US ਦੇ ਨਾਲ ਵੀ, and that it's promising equal and non-discriminatory application of relevant policies. Malaysia is likely using its newfound resources as a way to secure better deals US ਦੇ ਨਾਲ। ਉਸ ਰੇਅਰ ਅਰਥ ਇਹ ਟੂਆਂ ਦੇ ਕੋਲ ਤੇ ਰੇਅਰ ਅਰਥ ਹੈ ਹੀ ਨਹੀਂ। 19% ਇਹ ਵੀ ਲੈ ਗਏ ਆਰਾਮਜ਼ਾਦੇ, ਨਾ ਇਹਨਾਂ ਨੂੰ ਪਤਾ ਕਿੱਥੇ ਰੇਅਰ ਅਰਥ ਹੈ। ਭੈਣ ਚੋਦ ਦੱਲੇ। ਅੱਛਾ, it currently has a 90% tariff ਜਿਹੜਾ ਉਹਨਾਂ ਨੇ ਲੈ ਲਿਆ states ਲਈ। More than that, Malaysian firms must purchase around $150 billion ਦੀ ਟੈਕ ਅਮਰੀਕਾ ਤੋਂ ਅਗਰ ਉਹ ਖਰੀਦਣਗੇ ਐਂਡ ਰੇਅਰ ਅਰਥ ਮਿਨਰਲ ਦੀਆਂ ਡੀਲਸ ਕਰਨਗੇ ਤੇ ਫਿਰ ਮਲੇਸ਼ੀਆ ਸੌਖਾ ਰਹੇਗਾ। ਉਹ ਇਹਦੇ ਬਾਰੇ ਚ ਸੀ ਕਿ 2025 ਦੀ ਪ੍ਰੀਲਿਮਿਨਰੀ ਸਟੱਡੀ ਮਲੇਸ਼ੀਅਨ ਡਿਪਾਰਟਮੈਂਟ ਆਫ ਮਿਨਰਲ ਤੇ ਜੀਓ ਸਾਇੰਸ ਨੇ ਰਿਵੀਲ ਕੀਤਾ ਕਿ 16.2 ਮਿਲੀਅਨ ਮੈਟ੍ਰਿਕ ਟਨ ਦੇ ਐਲੀਮੈਂਟਸ ਇਹਨਾਂ ਕੋਲ ਨੇ, ਮੀਨਿੰਗ ਮੋਰ ਕੈਨ ਬੀ ਫਾਊਂਡ ਥਰੂ ਸੈਂਪਲਿੰਗ ਐਂਡ ਸਰਵੇਸ। ਐਟ ਦ ਮੋਮੈਂਟ ਜਿਹੜੇ ਇਹਨਾਂ ਕੋਲ ਰਿਜ਼ਰਵਸ ਨੇ ਉਹਨਾਂ ਦੀ ਐਸਟੀਮੇਟਡ ਵਰਥ $175 ਬਿਲੀਅਨ ਹੈ। ਟੌਪਿੰਗ ਇਨਟੂ them would also add 4,000 ਜੌਬ ਵੀ ਮਿਲਣਗੇ, given the country a massive economic। ਐਵੇਂ ਬਚੂੰਗੜਾ ਮਲੇਜ਼ੀਆ ਕੁਛ ਵੀ ਨਹੀਂ ਸੀ 70-72। ਥੈਂਕਸ ਟੂ ਜ਼ੁਲਫਕਾਰ ਅਲੀ ਭੁੱਟੋ, ਆਰਾਮਜ਼ਾਦਾ ਦੱਲੇ ਦਾ ਬੱਚਾ ਕੁੱਤਾ, ਬਿੱਲੋ ਮੋਰੀ ਰਾਣੀ ਦੱਲੇ ਦਾ ਨਾਨਾ ਜੀ, ਕਿ ਅੱਜ ਤੁਸੀਂ ਦੇਖ ਲਓ ਪਾਕਿਸਤਾਨ ਕਿੱਥੇ ਚਲਾ ਗਿਆ ਤੇ ਉਹ ਲੋਕ ਕਿੱਥੇ ਚਲੇ ਗਏ। ਮੈਟਸੂਸ਼ੀਤਾ ਪਾਕਿस्तान आ रही थी। ठीक है जी। अच्छा, आसिम मुनीर का 27वीं तरमीम का प्रोग्राम कामयाब नहीं हो सका, इसलिए पीटीआई मेंबरान को नाअहल करार देने का कोई फ़ायदा नहीं। नून लीगी राना सना ने कहा है कि आर्मी चीफ की खिदमत 2027 तक जारी रहेंगी। 26वीं तरमीम की वजह से आसिम मुनीर एंड कंपनी का 10 साल वाला प्रोग्राम फेल हो गया, और अगर सर्विस में मज़ीद तोसी की ज़रूरत हुई तो 2027 में इस पर गौर करेंगे। कहने का मतलब है कि नून लीग आसिम मुनीर के साथ हाथ कर गई है। वहाँ अदलिया भी कुछ हंगामा और बगावत देखी गई है। अदलिया के मनफी किरदार और फौजी मदाखलत से मुतल्लिक आने वाले हफ्ते सियासत और फौजी किरदार के हवाले से बहुत दिलचस्प होगा। ये भी एक वजह है कि पंजाब और KPK की अदलिया ने PTI की नशस्तों पर ज़िमनी इंतखाबात रोक दिए हैं। ये गल काफ़ी हद तक सही है कि इन्होंने कहा तू इमरान खान को पहला कत्ल कर, ठीक है, कैदी 8 सच जान छड़ा इस तो, और फिर तू 2 साल ਦਾ ਅਸੀਂ ਤੇਰਾ ਕਰ ਦਿਆਂਗੇ। ਉਹ ਤੋਂ ਬਾਅਦ ਤੋਂ ਬਾਕੀ ਦੇਖਾਂਗੇ। ਉਹ ਤੋਂ ਬਾਅਦ ਤੋਂ ਵੈਸੇ ਮਨੀਰਾ ਸਟਰੋਂਗ, ਉਹ ਤੋਂ ਬਾਅਦ ਤੋਂ ਗਾਣਾ ਸਟਰੋਂਗ ਹੋ ਜਾਏਗਾ। ਗਾਣੇ ਨੂੰ ਸਿਰਫ 2 ਸਾਲ ਲਈ ਇਹ ਡੀਲ ਕਰਨ ਦੀ ਜ਼ਰੂਰਤ ਹੈ। ਉਹ ਤੋਂ ਬਾਅਦ ਤੇ ਫਿਰ ਅਲਟਰਨੇਟਿਵ ਹੈ ਹੀ ਕੋਈ ਨਹੀਂ। ਉਹਨੇ ਕਹਿਣਾ ਅਸੀਂ ਮੌਜੂਦ ਹਾਂ, ਬਸ ਸਾਡੇ ਇਲਾਵਾ ਕੋਈ ਚਾਂਸ ਹੀ ਨਹੀਂ। ਇਸ ਵਕਤ ਇਮਰਾਨ ਖਾਨ ਦਾ ਅਲਟਰਨੇਟਿਵ ਉਹਨਾਂ ਨੇ ਗਾਂਡਾ ਸ਼ਾਂਡਾ ਰੱਖੇ ਹੈ ਨਾ, ਠੀਕ ਹੈ ਨਾ। ਕਿੱਡੀ ਅਫਸੋਸ ਦੀ ਗੱਲ ਹੈ। ਇੱਕ ਬਹੁਤ ਜ਼ਬਰਦਸਤ ਮੇਰਾ ਉਹ ਗੁੱਜਰ ਭਾਈ ਡੈਨਮਾਰਕ 'ਚ ਰਹਿੰਦਾ, ਉਹਨੇ ਚੈਟ ਨੂੰ ਪੁੱਛਿਆ ਸੀ ਕੁਐਸਚਨ, ਚੈਟ GPT ਨੂੰ, ਕਿ ਐਜ਼ ਅ ਪਾਕਿਸਤਾਨੀ ਪੰਜਾਬੀ ਗੁੱਜਰ your ethnicity is Gujar, while Punjabi refers to
ਉਹਨੇ ਪੁੱਛਿਆ ਸੀ ਕਿ ਐਜ਼ ਅ ਪਾਕਿਸਤਾਨੀ ਗੁੱਜਰ ਇਜ਼ ਮਾਈ ਐਥਨਿਸਿਟੀ ਪੰਜਾਬੀ ਜਾਂ ਗੁੱਜਰ। ਐਥਨਿਸਿਟੀ ਉਹਨੇ ਦੇਖੋ ਬੜਾ ਅੱਛਾ ਜਵਾਬ ਉਹਨਾਂ ਨੇ ਦਿੱਤਾ ਚੈਟ ਜੀਪੀਟੀ ਨੇ ਕਿ ਤੇਰੀ ਐਥਨਿਸਿਟੀ ਗੁੱਜਰ ਹੈ ਵਾਈਲ ਪੰਜਾਬੀ ਰੈਫਰਸ ਟੂ ਯੋਰ ਰੀਜਨਲ ਕਲਚਰਲ ਐਂਡ ਲਿੰਗੁਇਸਟਿਕ ਆਇਡੈਂਟੀਟੀ। Let me clarify this distinction clearly and, of course, addressing your specific context and building on the earlier discussion about Gujars and ethnic identity. Ethnicity Gujar, your ethnicity is Gujar, defined by your ancestral ties to the Gujar ethnic group, which is characterized by shared historical origins, possibly from Gujaratra or Central Asian migrations. Clan structure that is, for example, Chechi, Khatana, Chauhan, and a historical pastoral tradition. This is and this analogues to how Marzahi Jews' ethnicity is Jewish, regardless of their Arab cultural context. ਬਹੁਤ ਅੱਛਾ ਜਵਾਬ ਹੈ। ਮੈਂ ਉਰਦੂ ਚ ਕਰਨੀ ਆ ਜਿਨ੍ਹਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ। ਉਹਨੇ ਪੁੱਛਿਆ ਸੀ ਕਿ ਸਾਡੀ ਐਥਨਿਸਿਟੀ ਗੁੱਜਰ ਹੈ ਤੇ ਆਈਡੈਂਟੀਟੀ ਪੰਜਾਬ ਕੀ ਹੈ, ਪੰਜਾਬੀ ਹੈ। ਉਹਨੇ ਕਿਹਾ ਨਹੀਂ ਐਥਨਿਸਿਟੀ ਗੁੱਜਰ ਹੈ, ਪੰਜਾਬ ਤੁਹਾਡੀ ਆਈਡੈਂਟੀਟੀ ਹੈ, ਤੁਸੀਂ ਉੱਤੇ ਆਏ, ਤੁਹਾਡੀ ਲੈਂਗੁਏਜ ਰੀਜਨਲ ਕਲਚਰਲ ਐਥਨਿਕਲੀ। ਔਰ ਇਹ ਕਿੱਥੋਂ ਆਏ ਇਸ ਸ਼ਾਇਦ ਸੈਂਟਰਲ ਏਸ਼ੀਅਨ ਰਿਪਬਲਿਕਸ ਬਹੁਤ ਜ਼ਿਆਦਾ ਗੁੱਜਰ ਨੇ। ਇਹ ਤੁਸੀਂ ਗਿਲਗਿਤ ਬਲਤਿਸਤਾਨ ਫਰੰਟੀਅਰ ਚ ਬਹੁਤ ਜ਼ਿਆਦਾ ਗੁਜਰਾਂ ਦੀ। ਕਸ਼ਮੀਰ ਮਕਬੂਜ਼ਾ ਕਸ਼ਮੀਰ ਚ ਤੇ 50% ਤੋਂ ਜ਼ਿਆਦਾ ਗੁਜਰ ਨੇ। ਠੀਕ ਹੈ ਜੀ, ਉਹ ਇਸੇ ਵਜ੍ਹਾ ਦੇ ਨਾਲ ਉਹ ਤੋਂ ਆਉਂਦੇ ਰਹੇ ਜਿਹੜੇ ਪਹਾੜਾਂ ਤੋਂ। ਔਰ ਇਹ ਵੀ ਮੈਂ ਕਿਹਾ ਤੁਹਾਨੂੰ ਐਕਸਪਲੇਨ ਕਰਦੇ ਆ। ਸ਼ੁਕਰ ਹੈ ਚੈਟ ਜੀਪੀਟੀ ਨੇ ਵੀ ਚੌਹਾਨ ਨੂੰ, ਵੈਸੇ ਰਾਜਪੂਤ ਚੌਹਾਨ ਕੋਈ ਨਹੀਂ ਹੈ, ਇਹ ਰਾਜਪੂਤ ਤੇ ਐਵੇਂ ਬਾਅਦ ਤੋਂ ਐਵੇਂ ਲਾ ਲਿਆ ਜੁੱਤੀਆਂ ਜਾਤੀਆਂ ਚੁੱਕਣ ਲਈ। ਰਾਣਾ ਰਾਜਪੂਤ ਬਣਾ ਬਣੂ ਲਿਆ ਮੁਗਲਾਂ ਦੀਆਂ ਜਿਹੜੀਆਂ ਜੁੱਤੀਆਂ ਚੁੱਕਦੇ ਸੀ। ਲਓ ਜੀ ਹੁਣ ਗੱਲ ਮੇਰੀ ਖਤਮ ਹੋਈ। ਤੁਸੀਂ ਵਨਨੈਸ ਤੇ ਆਓ। ਅੱਜ ਦਾ ਮੈਂ ਤੁਹਾਨੂੰ ਦੱਸਦਾ ਵਫਾਦতুਲ ਵਜੂਦ ਤੇ ਫੋਕਸ ਕਰੋ। ਮੈਂ ਤੁਹਾਡੀ ਮਦਦ ਕਰਾਂਗਾ। ਸੈਂਟਰ ਦਾ ਮੈਂ ਤੁਹਾਨੂੰ ਉਹ ਦੱਸ ਦਿਆਂਗਾ। ਔਰ ਇਮਰਾਨ ਖਾਨ ਨੂੰ ਤੇ ਮੇਰਾ ਨਹੀਂ ਖਿਆਲ ਹੁਣ ਤੁਸੀਂ ਬਚਾ ਸਕੋਗੇ। ਕੱਲ ਤੱਕ ਲਈ ਇਜਾਜ਼ਤ। ਅੱਲਾ ਨੇ